ਰਾਮ ਸਰੂਪ ਪਣਖੀ ਦੀ ਕਹਾਣੀ ਹੈ। ਕੈਲੇ ਦੀ ਬਹੂ। ਗੱਜਣ, ਚੰਨਣ ਤੇ ਕੈਲਾ ਤਿੰਨ ਭਰਾ ਸਨ। ਮਾਂ ਦੀ ਉਮਰ 80 ਦੇ ਨੇੜੇ ਹੋਣੀ ਹੈ। ਗੱਜਣ ਹੋਰੀ ਭੈਣ ਭਾਈ ਤਾਂ 8-9 ਸਨ, ਪਰ ਕੋਈ ਕਿਵੇਂ ਤੇ ਕੋਈ ਕਿਵੇਂ, ਬਾਕੀ ਹੁਣ ਉਹੀ ਸਨ ਤਿੰਨੇ। ਗੱਜਣ ਬੁਢਾਪੇ 'ਚ ਪੈਰ ਧਰ ਰਿਹਾ ਸੀ। ਚੰਨਣ 40 ਤੋਂ ਉੱਤੇ ਤੇ ਕੈਲਾ 35 ਤੋਂ ਉੱਤੇ ਸੀ। ਮਾਂ ਉਹਨਾਂ ਦੀ ਕਹਿੰਦੀ ਹੁੰਦੀ ਕਿ ਕੈਲਾ ਤਾਂ ਉਹਦੀ ਪਿਛਲੀ ਪਹਿਰੇ ਦੀ ਔਲਾਦ ਹੈ, ਪੇਟ ਕਰੋੜੀ ਦਾ। ਪਿਓ ਉਹਨਾਂ ਦਾ ਅਮਲੀ ਸੀ ਪੂਰੇ ਤੌਰ ਦਾ। 5 ਤੋਲਿਆਂ ਦੀ ਭਰੀ ਡੱਬੀ ਨੂੰ 8ਵਾਂ ਦਿਨ ਨਹੀਂ ਸੀ ਖੁੰਝਣ ਦਿੰਦਾ। ਫੀਮ ਖਾਣ ਦਾ ਉਹਨੂੰ ਕੋਈ ਬੰਦੇਜ ਨਹੀਂ ਸੀ। ਹਾਨੀਸਾਰ। ਉਹਨਾਂ ਦੀ ਮਾਂ ਜਿੱਦਣ ਇਕੱਠੀ ਫੀਮ ਲਿਆਉਂਦੀ, ਇੱਕੋ ਜਿੰਨੇ ਭਾਰ ਦੇ ਮਾਵੇ ਕਰਕੇ ਰੱਖ ਲੈਂਦੀ, ਜਿਵੇਂ ਉਹਦੇ ਹੱਥ ਹਾੜੇ ਹੋਏ ਸਨ। ਇੱਕ ਮਾਵਾ ਤੜਕੇ, ਇੱਕ ਆਥਣੇ, ਡਾਲੀ ਬੰਨਵਾ ਉਹਨੂੰ ਦਿੰਦੀ ਰਹਿੰਦੀ। ਪਿਓ ਫੀਮ ਖਾਂਦਾ ਸੀ ਤੇ ਗੱਜਣ ਨੇ ਸ਼ਰਾਬ ਮੂੰਹੋਂ ਮੁਸਲੀ ਅੰਨੀ ਕਰ ਰੱਖੀ ਸੀ। ਗੱਜਣ ਸ਼ਰਾਬ 'ਚ ਅੰਨਾ ਸੋਤੇ ਜਦ ਘਰ ਮੁੜ ਕੇ ਵਿੜਕੀ ਵਾਰ ਵੜਦਾ, ਲਲਕਾਰ ਕੇ ਕਹਿੰਦਾ, ਚੱਕ ਦੂੰ ਤੇਲ 'ਚੋਂ ਕੌਡੀ, ਤਾਂ ਮਾਂ ਮੱਥੇ ਤੇ ਹੱਥ ਮਾਰ ਕੇ ਥਾਂ ਬੈਠ ਜਾਂਦੀ। ਬਾਹਰ ਖੇਤ 'ਚ ਜਾ ਕੇ ਪਿਓ ਪੁੱਤਾਂ ਨੇ ਕਦੇ ਫਲੀ ਨਹੀਂ ਸੀ ਭੰਨੀ। ਖੇਤੀ ਖਸਮਾਂ ਸੇਤੀ, ਹਿੱਸੇ ਠੇਕੇ ਵਾਲੇ ਤਾਂ ਕੱਖ ਵੀ ਪੱਲੇ ਨਹੀਂ ਪਾਉਂਦੇ। ਗਹਿਣੇ ਧਰ ਕੇ ਆਏ ਸਾਲ ਉਹ ਨਵਾਂ ਕਿਆਰ ਚੱਬ ਦਿੰਦੇ। ਪੂਰੀ 60 ਘੁਮਾ ਜ਼ਮੀਨ ਸੀ ਜਦ ਪਿਓ ਮਰਿਆ। 20 ਘੁਮਾਈ ਬਾਕੀ ਰਹਿ ਗਈ। ਮਾਂ ਨੇ ਸੁੱਖ ਦਾ ਸਾਹ ਲਿਆ। ਪਤੀ ਕਾਹਦਾ ਸੀ, ਘਰ ਨੂੰ ਘੀਸ ਲੱਗੀ ਹੋਈ ਸੀ। ਚੰਗਾ ਹੋਇਆ ਮੁੱਕ ਗਿਆ। ਗੱਜਣ ਦੇ ਪਿਓ ਨੂੰ ਸਾਰਾ ਪਵੇਹਾ ਜਾਣਦਾ ਸੀ। ਗੱਜਣ ਨੂੰ ਸਾਕ ਵਾਲੇ ਆਉਂਦੇ ਤੇ ਮੁੜ ਜਾਂਦੇ ਤੇ ਫਿਰ ਚੰਨਣ ਦੀ ਗੱਲ ਸ਼ਰੀਕੇ ਵਾਲਿਆਂ ਨੇ ਸਿਰੇ ਨਾ ਚੜਨ ਦਿੱਤੀ। ਘਰ 'ਚ ਭੁੱਖ ਵਸੀ ਹੋਈ ਸੀ। ਦਾਣੇ ਉਹ ਤੌੜਿਆਂ 'ਚ ਪਾ ਕੇ ਰੱਖਦੇ। ਪਟੜੀ ਫੇਰ ਉਹਨਾਂ ਦੇ ਅਮਲੀ ਘਰ ਦੀ ਬੂ ਮੱਚੀ ਹੋਈ ਸੀ। ਚੰਨਣ ਨੇ ਇੱਕ ਦਿਨ ਮਾਂ ਨਾਲ ਸਲਾਹ ਕੀਤੀ। ਗੱਜਣ ਦੀ ਗੱਲ ਤਾਂ 100 ਕੋਹੀਂ ਦੂਰ ਗਈ, ਮੇਰੀ ਵੀ ਛੱਡ। ਕੈਲੇ ਨੂੰ ਜੇ ਆਪਾਂ ਵਿਆਹ ਲਈਏ ਤਾਂ ਜਾਂਦੀ ਵਾਰ ਤਾਂ ਮਾਂ ਤੂੰ ਤਾਂ ਸੁੱਖ ਭੋਗ ਲਈ। ਦੋ ਵੱਡੇ ਅਜੇ ਮਲੰਗ ਬੈਠੇ ਸੀ। ਕੈਲੇ ਨੂੰ ਪੁੰਨ ਦਾ ਸਾਗ ਕਿੱਥੇ, ਹੁਣ ਤਾਂ ਪੈਸਿਆਂ ਦਾ ਹੀ ਸਿਰੇ ਚੜੂ। ਚੰਨਣ ਦੀ ਮਾਂ ਦੀ ਰਾਏ ਪੁੱਛੀ। ਆਦਮੀ ਦਾ ਬੱਚਾ ਤਾਂ ਭਾਈ ਲੱਖੀ ਤੇ ਕਰੋੜੀ ਮਸਾਂ ਜੁੜਦਾ ਹੈ। ਪੈਸਿਆਂ ਦੇ ਸਾਗ ਨੂੰ ਕੋਈ ਮਿਹਨਤ ਤਾਂ ਨਹੀਂ। ਬੁੜੀ ਦੀ ਜ਼ਿੰਦਗੀ 'ਚ ਬਸ ਇੱਕ ਨੂੰਹ ਦੀ ਪਹੁੰਚ ਬਾਕੀ ਸੀ। ਚੰਨਣ ਨੇ ਕਈ ਮੂੰਹ ਮਲਾਜਿਆਂ ਕੋਲ ਘਿਣਾ ਪਾਈਆਂ, ਜੇ ਕਿਤੇ ਪੈਸਿਆਂ ਦਾ ਸਾਕ ਹੋ ਜਾਏ। ਪੁੰਨ ਦੇ ਸਾਕ ਨੂੰ ਤਾਂ ਕੋਈ ਮੂੰਹ ਨਹੀਂ ਸੀ ਕਰਦਾ। ਇੱਧਰ ਮਹਿਲਾਂ ਵਾਲੇ ਸਿਰੀਏ ਨੰਬਰਦਾਰ ਦੇ ਇੱਕ ਦਿਨ ਉਹਨੇ ਪੈਰੀਂ ਪੱਗ ਵੀ ਰੱਖਤੀ, ਪਰ ਉਹ ਵੀ 5 ਰੁਪਈਏ ਭਾੜੇ ਦੇ ਲੈ ਕੇ ਮੁੜ ਕੇ ਨਾ ਬੋੜਿਆ। ਕੈਲੇ ਦੇ ਵਿਆਹ ਖਾਤਰ ਚੰਨਣ 4-5 ਸਾਲ ਛਿੱਤਰ ਤੋੜਦਾ ਰਿਹਾ। ਆਖਰ ਸੁਲੱਖਣੀ ਘੜੀ ਆਈ। ਭੇਡਾਂ ਵਾਲੇ ਘੀਚਰ ਨੇ ਜੈਠੂਕਿਆਂ ਤੋਂ 2000 ਦਾ ਸਾਕ ਲਿਆਤਾ। 700 ਮੰਗਣੇ ਤੇ ਪਹਿਲਾਂ ਦਿੱਤਾ ਗਿਆ, 1300 ਵਿਆਹ ਤੋਂ 10 ਦਿਨ ਪਹਿਲਾਂ ਦੇਣਾ ਕੀਤਾ ਗਿਆ। ਅੱਜ ਵਿਆਹ 'ਚ ਪੂਰੇ 10 ਦਿਨ ਬਾਕੀ ਸੀ। 1300 ਰੁਪਈਆ ਦੀ ਤਾਂ ਗੱਲ ਛੱਡੋ, 1300 ਠੀਕਰੀਆਂ ਇਕੱਠੀਆਂ ਕਰਨੀਆਂ ਔਖੀਆਂ ਸੀ। ਜ਼ਮੀਨ ਵੀ ਗਹਿਣੀ ਕਿਸੇ ਨੇ ਨਾ ਲਈ। 2 ਦਿਨਾਂ ਤੋਂ ਵਿਚੋਲਾ ਘਰ 'ਚ ਮੂਸਲ ਵਾਂਗ ਗੱਡਿਆ ਬੈਠਾ ਸੀ। ਅੱਜ ਜੇ 1300 ਨਾ ਦਿੱਤਾ ਗਿਆ ਤਾਂ ਪਹਿਲਾਂ 700 ਵੀ ਖੂਹ 'ਚ ਪੈ ਜਾਏਗਾ। ਸੇਠ ਧੌਂਕਲ ਮਲ ਦਾ ਧੌਲੇ ਸਾਰੇ ਵਿੱਚ ਹੀ ਵਿਆਜੂਨਾਮਾ ਚੱਲਦਾ ਸੀ। 90 ਦੇ ਕੇ ਉਹ 100 ਤੇ ਅੰਗੂਠਾ ਲਵਾ ਲੈਂਦਾ, ਜੱਟ ਦਾ ਮੂੰਹ ਟੱਡਿਆ ਰਹਿ ਜਾਂਦਾ। ਜਕਾਂ ਤੱਕਾਂ ਕਰਕੇ ਚੰਨਣ ਦੁਪਹਿਰੇ ਹੀ ਧੌਂਕਲ ਦੀ ਦੁਕਾਨ ਤੇ ਗਿਆ। 1-2 ਵਾਰੀ ਸਿਰ ਮਾਰ ਕੇ ਧੌਂਕਲ ਮੰਨ ਗਿਆ। ਜਿਹਦੇ ਨਾਲ ਬੁੱਕਲ ਫੁੱਟੀ ਹੋਵੇ ਉਹਨੂੰ ਜਵਾਬ ਨਹੀਂ ਦਿੱਤਾ ਜਾਂਦਾ। ਤੇ ਫਿਰ ਹੌਲੀ ਦੇ ਕੇ ਚੰਨਣ ਨੂੰ ਸੁਣਾਇਆ, 10 ਵਧਾਰਾ, 1300 ਦੇ ਕੇ 1400 ਦਾ ਲੇਖਾ, 30 ਤੈਨੂੰ ਛੱਡੇ। ਦਿਨ ਦੇ ਚਪਾ ਨਾਲ ਆ ਜੀ, 2 ਗਵਾਹ ਲਿਆਈ ਜਾ। ਆਥਣ ਨੂੰ ਚਾਹਾਂ ਵੇਲੇ ਚੰਨਣ ਘਰ ਆਇਆ। ਗੱਜਣ ਤੇ ਮਾਂ ਸਿਰ ਜੋੜੀ ਗੱਲਾਂ ਕਰ ਰਹੇ ਸੀ। ਆਉਣ ਸਾਰ ਚੰਨਣ ਨੇ ਧੌਂਕਲ ਤੋਂ ਵਿਆਜੂ ਰੁਪਈਏ ਲੈਣ ਦੀ ਗੱਲ ਤੋਰ ਦਿੱਤੀ। ਮਾਂ ਦੀਆਂ ਅੱਖਾਂ 'ਚ ਚਾਨਣ ਨੱਚ ਉੱਠਿਆ। ਗੱਜਣ ਕੰਨ ਵਲੇਟ ਕੇ ਘਰੋਂ ਬਾਹਰ ਹੋ ਗਿਆ। ਮਾਂ ਨਾਲ ਪੂਰੀ ਗੱਲ ਕਰਕੇ ਚੰਨਣ ਆਟੇ ਵਾਲੀ ਮਸ਼ੀਨ ਤੇ ਗਿਆ। ਹਥਾਈ 'ਚ ਦੇਖਿਆ, ਪਰ ਗੱਜਣ ਕਿਤੇ ਵੀ ਬੈਠਾ ਉਹਨੂੰ ਦਿਸਿਆ ਨਾ। ਭਾਰਤੀ ਦਾ ਡੇਰਾ ਉਹਦੀ ਪੱਕੀ ਠੋਈ ਸੀ। ਚੰਨਣ ਵੀ ਉੱਥੇ ਜਾ ਵੜਿਆ। ਨਿੰਮ ਦੀ ਢੂਹ ਲਾ ਕੇ ਗੱਜਣ ਮੁਟਕੜੀ ਮਾਰੀ ਬੈਠਾ ਸੀ। ਅਸੀਂ ਕਦੋਂ ਦੇ ਤੈਨੂੰ ਉੱਥੇ ਬੈਠੇ ਉਡੀਕੀ ਜਾਂਦੇ ਹਾਂ। ਹੌਲੀ ਜੀ ਖੰਘ ਕੇ ਚੰਨਣ ਨੇ ਕਿਹਾ, ਕਿੱਥੇ? ਜਿਵੇਂ ਗੱਜਣ ਨੂੰ ਪਤਾ ਨਾ ਹੋਵੇ। ਧੌਂਕਲ ਦੀ ਹੱਟ ਤੇ। ਚੰਨਣ ਨੇ ਨਿਸ਼ੰਗ ਹੋ ਕੇ ਬੋਲ ਕੱਢਿਆ। ਜਦੋਂ ਮੈਂ ਇੱਕ ਵਾਰੀ ਕਹਿ ਤਾ ਵੀ ਮੇਰੀ ਉਮਰ ਨਹੀਂ, ਮੈਂ ਦੱਸ ਕੀ ਇਹਦੇ 'ਚੋਂ ਖੱਟੀ ਖਾਣੀ ਆ, ਗੱਜਣ ਦਾ ਚਿੱਟਾ ਜਵਾਬ। ਪਰ ਭਾਈ ਨਾਲੋਂ 10 ਉੱਤੋਂ ਦੀ ਕਿਹੜੀ ਚੀਜ਼ ਹੈ? ਚੰਨਣ ਨੇ ਨਰਮੀ ਧਾਰ ਲਈ। ਮੈਂ ਤਾਂ ਤੈਨੂੰ ਸਿਰੇ ਦੀ ਸੁਣਾਤੀ।
ਤੁਸੀਂ ਦੋਵੇਂ ਜਿਵੇਂ ਮਰਜ਼ੀ ਕਰੋ, ਮੇਰਾ ਇਹਦੇ 'ਚ ਕੋਈ ਲਾਗਾ ਦੇਗਾ ਨਹੀਂ। ਗੱਜਣ ਨੇ ਕੋਰੀ ਗੱਲ ਕਰਤੀ। ਗੱਜਣਾ, ਤੈਨੂੰ ਕੁਛ ਸੋਚਣੀ ਚਾਹੀਦੀ ਆ। ਮਾਂ ਦੇਖ ਆਪਣੀ ਦੇ ਹੁਣ ਹੱਥ ਕੰਬਦੇ, ਸਿਰ ਹਿੱਲਦਾ। ਜੇ ਕੈਲੇ ਨੂੰ ਟੱਬਰ ਜੁੜ ਜੇ, ਆਪਣਾ ਦੋਹਾਂ ਦਾ ਟੁੱਕ ਪੱਕਦਾ ਹੋ ਜੇ। ਐਵੇਂ ਜਿਵੇਂ ਕਿੰਨਾ ਕੁ ਚਿਰ ਕੱਟੀ ਜਾਵਾਂਗੇ। ਚੰਨਣ ਜਿਵੇਂ ਉਹਨੂੰ ਮੱਤ ਦੇ ਰਿਹਾ ਸੀ। ਇਹ ਗੱਲਾਂ ਮੁੰਡਿਆਂ ਖੁੰਡਿਆਂ ਨੂੰ ਸੋਭਦੀਆਂ। ਮੈਂ ਤਾਂ 60 ਦੇ ਨੇੜੇ ਪਹੁੰਚਿਆ ਹੋਇਆ। ਧੌਂਕੜ ਬਾਣੀਏ ਦਾ 1300 ਜੇ ਨਾ ਮੁੜਿਆ ਤਾਂ ਮੇਰੇ ਗਲ 'ਚ ਸਾਫਾ ਵਾਧੂ ਦਾ ਪੈਂਦਾ ਫਿਰੂ। ਤੁਸੀਂ ਆਪਣੀ ਬਣੀ ਨਿਬੇੜੋ, ਮੇਰੀ ਤਾਂ ਹੁਣ ਉਮਰ ਨਹੀਂ ਰਹੀ। ਗੱਜਣ ਨੇ ਉਹੀ ਗੱਲ ਫੇਰ ਦੁਹਰਾਤੀ। ਮੈਂ ਕਿਹੜਾ 22 ਸਾਲ ਦਾ। ਮੈਂ ਕਹਿੰਦਾ ਵੀ ਜੇ ਛੋਟਾ ਭਾਈ ਵਿਆਹਿਆ ਜਾਏ, ਵਿੱਚ ਆਪਣਾ ਟੁੱਕ ਪੱਕਦਾ ਹੋ ਜੂ। ਬੁੜੀ ਜੇ ਘਰ ਨਾ ਹੋਵੇ, ਹੁਣ ਤਾਂ ਗੁਆਂਢਣ ਵੀ ਕੋਈ ਅੱਗ ਲੈਣ ਨਹੀਂ ਆਉਂਦੀ। ਚੰਨਣ ਨੇ ਤਰਲਾ ਕੀਤਾ। ਗੱਜਣ ਨੀਵੀਂ ਪਾਈ ਡੱਕੇ ਨਾਲ ਲਕੀਰਾਂ ਕੱਢੀ ਗਿਆ। ਚੰਨਣ ਉਹਦੇ ਕੋਲ ਖੜੋਤਾ ਸੋਟੀ ਦੀ ਹੁੱਜ ਨਾਲ ਧਰਤੀ ਦੇ ਤੇ ਬਲਦ ਮੂਤਣੇ ਬਣਾ ਰਿਹਾ ਸੀ। ਥੋੜਾ ਚਿਰ ਸੁਸਤਾ ਕੇ ਫੇਰ ਬੋਲਿਆ, ਕੈਲੇ ਦੀ ਬਹੂ ਜਦ ਬਾਹਰ ਕੰਨੀ ਜਾਇਆ ਕਰੂ ਤੇ ਫੁੱਲ ਸਤਾਰਿਆਂ ਵਾਲਾ ਘੱਗਰੇ ਦਾ ਨਾਲਾ ਜਦ ਉਹਦੇ ਗਿੱਟਿਆਂ ਤੇ ਲਮਕਦਾ ਹੋਇਆ ਤਾਂ ਦੇਖ ਕੇ ਗਜਣਾ ਤੇਰਾ ਕਾਲਜਾ ਨਹੀਂ ਮੱਚੂ। ਫੇਰ ਤਾਂ ਸਾਲੇ ਉਹ ਦੋਹਾਂ ਨੇ ਸੋਥਾ ਕਰ ਲੈਣਾ। ਮੈਨੂੰ ਬੁੜੇ ਖੁੰਡ ਨੂੰ ਕਿਹਨੇ ਨਵੇਂ ਲਵੇ ਲੱਗਣ ਦੇਣਾ। ਗੱਜਣ ਜਿਵੇਂ ਪੱਕੀ ਕਰਦਾ ਸੀ। ਤੂੰ ਵੱਡਾ ਭਾਈ ਐ, 5 ਕਰੀ ਚਾਹੇ 50 ਕਰੀ। ਚਾਨਣ ਨੇ ਬਾਹੋਂ ਫੜ ਕੇ ਗੱਜਣ ਨੂੰ ਖੜਾ ਕਰ ਲਿਆ। ਧੰਨਵਾਦ। ਰਾਮ ਸਰੂਪ ਪੰਖੀ ਦੀ ਕਹਾਣੀ ਹੈ ਅਸ਼ਕੇ ਬੁੜੀਏ ਤੇਰੇ। ਬਿਸ਼ਨੀ ਮਰਦਾਂ ਵਰਗੀ ਤੀਵੀਂ ਸੀ, ਬੜੀ ਨਿਧੜਕ, ਬੜੀ ਦਲੇਰ। ਉਹਨਾਂ ਦੀ ਵੇੜਕੀ 'ਚ ਜੇ ਕਦੇ ਕੋਈ ਉਸ ਨਾਲੋਂ ਦੂਰੋਂ ਦੂਰੀ ਹੋ ਜਾਂਦਾ ਤਾਂ ਉਹ ਆਦਮੀਆਂ ਵਾਂਗ ਡਾਂਗ ਫੜ ਕੇ ਆਪਣੇ ਵਾਰਗੇ ਖੜੀ ਲਲਕਾਰਾ ਮਾਰਦੀ। ਪਰ ਉਹਦਾ ਮਾਲਕ ਅਜਮਾ ਗਊ ਸੀ, ਬਹੁਤ ਹੀ ਨੇਕ, ਚੁੱਪ ਕੀਤਾ ਜਿਹਾ। ਉਹਦੇ ਮੂੰਹੋਂ ਕਦੇ ਕਿਸੇ ਨੂੰ ਗਾਲ ਨਹੀਂ ਸੀ ਨਿਕਲੀ। ਪਰ ਉਹਦਾ ਮਾਲਕ ਜਮਾ ਗਊ ਸੀ। ਤੀਵੀਂ ਆਦਮੀ ਦੀ ਬਣਦੀ ਬਹੁਤ ਵਧੀਆ ਸੀ। ਉਹ ਖੇਤ 'ਚ ਕਮਾਈ ਬਹੁਤ ਕਰਦਾ, ਭਾਵੇਂ ਕੱਲਾ ਕਹਿਰਾ ਬੰਦਾ ਸੀ, ਪਰ ਇੱਕ ਸੀਰੀ ਨੂੰ ਨਾਲ ਰਲਾ ਕੇ ਉਹ ਵਾਹੀ ਦਾ ਕੰਮ ਵਧੀਆ ਤੋਰਦਾ। ਉਹਨਾਂ ਦੇ 2 ਜਵਾਕ ਸੀ, ਛੋਟੇ ਛੋਟੇ ਬਲੂਰ। ਉਹਨਾਂ ਦੇ ਅੰਬ ਵਾਲੇ ਖੇਤ ਦੀ ਵੱਟ ਨਾਲ ਮੱਘਰ ਦੀ ਵੱਟ ਲੱਗਦੀ ਸੀ। ਉਸ ਵੱਟ ਉੱਤੇ ਇੱਕ ਸਾਂਝੀ ਕਿੱਕਰ ਖੜੀ ਸੀ, ਬਹੁਤ ਆਲਾ ਕਿੱਕਰ, ਸਿੱਧੀ ਅਸਮਾਨ ਨਾਲ ਗੱਲਾਂ ਕਰਦੀ। ਪੋਰਾ ਉਹਦਾ 2 ਬੰਦਿਆਂ ਦੀ ਜੱਫੀ 'ਚ ਨਹੀਂ ਸੀ ਆਉਂਦਾ, ਬਹੁਤ ਵੱਡੇ ਆਕਾਰ ਵਾਲੀ। ਮੱਘਰ ਉਸ ਕਿੱਕਰ ਉੱਤੇ ਅੱਖ ਰੱਖਦਾ ਸੀ। ਸਾਂਝੀ ਕਿੱਕਰ ਨੂੰ ਉਹ ਚਾਹੁੰਦਾ ਸੀ ਕਿ ਆਪਣੇ ਕੱਲੇ ਦੀ ਬਣਾ ਲਵੇ। ਬਿਸ਼ਨੀ ਦਾ ਮਾਲਕ 5ਵੇਂ 7ਵੇਂ ਦਿਨ ਦੇਖਦਾ ਤਾਂ ਕਿੱਕਰ ਦੀਆਂ ਜੜ੍ਹਾਂ ਕੋਲੋਂ ਵੱਟ ਦੀ ਮਿੱਟੀ ਛੇੜੀ ਪਈ ਹੁੰਦੀ, ਕਦੇ ਚੱਪਾ ਕਦੇ ਗਿੱਠ, ਪਰ ਉਹ ਗੋਗਾ ਨਾ ਕਰਦਾ। ਸੋਚਦਾ 2 ਸੇਰ ਮਿੱਟੀ ਇੱਧਰ ਹੋਈ ਕਿ ਉੱਧਰ। ਕਣਕ ਨੂੰ ਦੂਜਾ ਪਾਣੀ ਲਾ ਕੇ ਉਹ 15-20 ਦਿਨ ਖੇਤ ਨਾ ਗਿਆ। ਜਿੱਦਣ ਗਿਆ ਤਾਂ ਦੇਖਿਆ ਮੱਘਰ ਨੇ ਵੱਟ ਕਿੱਕਰ ਦੇ ਉੱਤੋਂ ਦੀ ਕੀਤੀ ਪਈ ਹੈ ਤੇ ਕਿੱਕਰ ਦੀਆਂ ਸਾਰੀਆਂ ਜੜ੍ਹਾਂ ਆਪਣੇ ਵੱਲ ਕਰ ਲਈਆਂ। ਉਹਨੂੰ ਬੜੀ ਹੈਰਾਨੀ ਹੋਈ। ਉਹਨੇ ਘਰ ਆ ਕੇ ਮੱਘਰ ਤੋਂ ਪੁੱਛਿਆ ਵੀ ਉਹਨੇ ਵੱਟ ਨੂੰ ਕਿੱਕਰ ਦੇ ਉੱਤੋਂ ਦੀ ਕਿਉਂ ਕਰਤਾ। ਮੱਘਰ ਉਹਨੂੰ ਚਾਰੇ ਪੈਰ ਚੁੱਕ ਕੇ ਪਿਆ। ਕਹਿੰਦਾ, ਵੱਟ ਜਿੱਥੇ ਪਹਿਲੇ ਦਿਨ ਉੱਥੇ ਹੀ ਹੈ, ਕਿਹੜੇ ਕੰਜਰ ਨੇ ਛੇੜੀ ਹੈ, ਕੱਲ ਨੂੰ ਕਿਤੇ ਹੋਰ ਨਾ ਕੁਝ ਕਹਿ ਦੀ। ਮੱਘਰ ਆਪਣੇ ਜਾਣੇ ਸਾਰੇ ਅਗਵਾੜ ਤੇ ਤੜੀ ਰੱਖਦਾ ਸੀ। ਉਹ 4 ਭਰਾ ਸੀ, ਮੱਘਰ ਸਭ ਤੋਂ ਛੋਟਾ ਸੀ, ਅਜੇ ਛੜਾ ਹੀ ਸੀ। ਆਪਣੀ ਜਵਾਨੀ ਦੇ ਲੋਰ 'ਚੋਂ ਪੂਰਾ ਘੁਕਰਿਆ ਹੋਇਆ ਸੀ। ਅਗਵਾੜ ਦੇ ਹਰ ਨਿੱਕੇ ਮੁੱਟੇ ਆਦਮੀ ਉੱਤੇ ਪੂਰੀ ਧੌਂਸ ਜਮਾ ਕੇ ਰੱਖਦਾ। ਬਿਸ਼ਨੀ ਦੇ ਮਾਲਕ ਨੂੰ ਤਾਂ ਉਹ ਤੀਵੀਂ ਦਾ ਗੁਲਾਮ ਸਮਝਦਾ ਸੀ ਤੇ ਉਹਨੂੰ ਟਿੱਚ ਕਰਕੇ ਜਾਣਦਾ ਸੀ। ਬਿਸ਼ਨੀ ਦੇ ਮਾਲਕ ਨੇ ਪੰਚਾਇਤ ਦਾ ਇਕੱਠ ਕੀਤਾ। ਇਕੱਠ 'ਚ ਬਿਸ਼ਨੀ ਸ਼ੇਰਨੀ ਵਾਂਗ ਬੁੱਕੀ, ਪਰ ਤੀਵੀਂ ਦੀ ਕੌਣ ਸੁਣਦਾ। ਉਹਨੇ ਮੱਘਰ ਦੇ ਪਿਓ ਦਾ ਨਾਂ ਲੈ ਕੇ ਬਥੇਰੇ ਪੁੱਤ ਪਿੱਟੇ, ਪਰ ਪੰਚਾਇਤ ਵਾਲੇ ਕਹਿੰਦੇ, ਜਾ ਸਹੁਰੀਏ, ਆਦਮੀਆਂ 'ਚ ਤੀਵੀਂ ਦਾ ਕੀ ਬੋਲਦਾ। ਮੱਘਰ ਤੇ ਮੱਘਰ ਦੇ ਭਾਈਆਂ ਨੇ ਪੰਚਾਇਤਾਂ ਨੂੰ ਕੋਈ ਰਾਹ ਨਾ ਦਿੱਤਾ। ਕਹਿੰਦੇ, ਵੱਟ ਤਾਂ ਕਿੱਕਰ ਦੇ ਉੱਤੋਂ ਦੀ ਮੁੱਦਤਾਂ ਦੀ ਹੈ, ਝੂਠੀ ਤੋਮਤ ਦਾ ਕੀ ਕਿਸੇ ਨੇ ਮੂੰਹ ਫੜ ਲੈਣਾ। ਬਿਸ਼ਨੀ ਦੇ ਮਾਲਕ ਨੇ ਪਟਵਾਰੀ ਕੋਲ ਅਰਜ਼ ਕੀਤੀ। ਪਟਵਾਰੀ ਕਈ ਦਿਨ ਤਾਂ ਟਾਲੇ ਲਾਉਂਦਾ ਰਿਹਾ। ਇੱਕ ਦਿਨ ਕਹਿੰਦਾ ਕਿ ਨਕਸ਼ਾ ਦੇਖ ਕੇ ਵੱਟ ਕੱਢਾਂਗੇ। ਫਿਰ ਮੱਘਰ ਨੇ ਪਟਵਾਰੀ ਨਾਲ ਅੰਦਰਗਤੀ ਪਤਾ ਨਹੀਂ ਕੀ ਗੱਲ ਕਰ ਲਈ। ਵੱਟ ਕੱਢਣ ਲਈ ਪਟਵਾਰੀ ਲਾਤੀ ਨਹੀਂ ਸੀ ਲਾਉਂਦਾ। ਹਾਰ ਕੇ ਬਿਸ਼ਨੀ ਦਾ ਮਾਲਕ ਚੁੱਪ ਕਰ ਗਿਆ। ਬਿਸ਼ਨੀ ਘਰੇ ਉਸ ਨਾਲ ਲੜਦੀ, ਸੁੰਨ ਮਿੱਟੀ ਬਣਿਆ ਰਹਿਣਾ ਹੈ, ਕਹੀ ਫੜ ਕੇ ਤੈਥੋਂ ਨਹੀਂ ਕਿੱਕਰ ਆਪਦੇ ਕੰਨੀ ਹੁੰਦੀ। ਉਹ ਚੁੱਪ ਕਰਿਆ ਰਹਿੰਦਾ। ਬਿਸ਼ਨੀ ਉਹਨੂੰ ਗਾਲਾਂ ਘਰ 'ਚ ਹੀ ਦਿੰਦੀ, ਪਰ ਬਾਹਰ ਲੋਕਾਂ 'ਚ ਉਹਨੂੰ ਕੁਝ ਨਹੀਂ ਸੀ ਬੋਲਦੀ। ਸਗੋਂ ਬਾਹਰ ਤਾਂ ਜੇ ਕੋਈ ਐਰਾ ਗੈਰਾ ਉਹਨੂੰ ਕੁਝ ਬੁਰਾ ਭਲਾ ਕਹਿ ਦਿੰਦਾ, ਉਹਦਾ ਕਾਲਜਾ ਕੱਢ ਕੇ ਖਾਣ ਤਾਂ ਹੀ ਜਾਂਦੀ। ਉਹਨੂੰ ਆਪਣਾ ਮਾਲਕ ਸਾਰੀ ਦੁਨੀਆ ਨਾਲੋਂ ਚੰਗਾ ਲੱਗਦਾ ਸੀ। ਰਾਹ ਜਾਂਦੇ ਕਈ ਬੰਦੇ ਬਿਸ਼ਨੀ ਦੇ ਮਾਲਕ ਨੂੰ ਬੋਲੀ ਮਾਰਦੇ। ਖੇਤ ਦਾ ਸ਼ਿੰਗਾਰ ਕਿੱਕਰ
ਦੱਬ ਲਈ ਜੱਟ ਨੇ, ਕਰ ਕੋਈ ਉਜਰ ਤੂੰ ਵੀ। ਉਹ ਅੰਦਰੇ ਅੰਦਰ ਵਿਉ ਘੋਲਦਾ ਰਹਿੰਦਾ, ਉਹਦੀ ਕੋਈ ਪੇਸ਼ ਨਾ ਜਾਂਦੀ। ਉਹ ਇਕੱਲਾ ਕੁਝ ਕਰ ਨਹੀਂ ਸੀ ਸਕਦਾ। ਬੰਦਿਆਂ ਦੀ ਸਾਰੀ ਮਾਇਆ ਮੱਘਰ ਹੋਰਾਂ ਦੇ 4 ਭਰਾਵਾਂ ਦੇ ਇਕੱਠ ਤੋਂ ਰਹਿੰਦਾ ਸੀ। ਉਹਦਾ ਜ਼ੋਰ ਹੁੰਦਾ ਤਾਂ ਉਹ ਵੀ ਵੱਟ ਨੂੰ ਕਿੱਕਰ ਦੇ ਉੱਤੋਂ ਦੀ ਕਰ ਲੈਂਦਾ ਤੇ ਕਿੱਕਰ ਨੂੰ ਆਪਣੇ ਵੱਲ ਕਰ ਲੈਂਦਾ, ਪਰ ਉਹਦੇ ਵਿੱਚ ਪਹੁੰਚ ਨਹੀਂ ਸੀ ਤੇ ਝਗੜਾ ਵੀ ਕੋਈ ਨਹੀਂ ਸੀ ਛੇੜਨਾ ਚਾਹੁੰਦਾ। ਅੰਦਰੋਂ ਅੰਦਰੀ ਪਰ ਉਹਦੇ ਸੀਨੇ 'ਚ ਇੱਕ ਅੱਗ ਮੱਘਦੀ ਰਹਿੰਦੀ। ਅੰਦਰੋਂ ਅੰਦਰੀ ਉਹ ਦੰਦੀਆਂ ਕਿਰਚਦਾ ਰਹਿੰਦਾ। ਇੱਕ ਦਿਨ ਤਾਂ ਪਾਣੀ ਸਿਰ ਦੇ ਉੱਤੋਂ ਦੀ ਲੰਘ ਗਿਆ। ਕਿਸੇ ਨੇ ਉਹਨੂੰ ਦੱਸਿਆ ਕਿ ਮੱਘਰ ਨੇ 4 ਹੋਰ ਬੰਦਿਆਂ ਨੂੰ ਨਾਲ ਲੈ ਕੇ ਕਿੱਕਰ ਰਾਤੋਂ ਰਾਤ ਵੱਢ ਲਈ ਹੈ ਤੇ ਹੁਣ ਉਹਦਾ ਵੜਾਂਗ ਆਪਣੇ ਖੇਤ ਵਿੱਚ ਇਕੱਠਾ ਕਰ ਰਿਹਾ। ਬਿਸ਼ਨੀ ਦਾ ਮਾਲਕ ਸਿਰ ਮੁੱਦ ਭੱਜਿਆ ਭੱਜਿਆ ਪਹੁੰਚਿਆ। ਉਹਦੇ ਜਾਂਦੇ ਨੂੰ ਮੱਘਰ ਆਰੇ ਨਾਲ ਕਿੱਕਰ ਦੇ ਪੂਰੇ ਨੂੰ ਚੀਰ ਪਾ ਰਿਹਾ ਸੀ। ਪੂਰਾ ਲੰਮਾ ਸੀ ਤੇ ਮੱਘਰ ਚਾਹੁੰਦਾ ਸੀ ਕਿ ਉਹਦੇ 2 ਟੋਟੇ ਕਰਕੇ ਪੂਰੇ ਨੂੰ ਪਿੰਡ ਲਿਆ ਸਿੱਟੇ। ਜਾਣਸਾਰ ਮੱਘਰ ਦੇ ਹੱਥੋਂ ਆਰਾ ਫੜ ਕੇ ਉਹਨੇ ਖੜਾ ਕਰ ਲਿਆ। ਮੱਘਰ ਨੇ ਧੌਲ ਵੱਟ ਕੇ ਉਹਦੀ ਵੱਖੀ 'ਚ ਮਾਰੀ। ਉਹ ਮੂੰਹ ਭਾਰ ਧਰਤੀ ਤੇ ਡਿੱਗ ਪਿਆ। ਉਹਨੇ ਇੱਕ ਗੰਦੀ ਜੀ ਗਾਲ ਮੱਘਰ ਨੂੰ ਕੱਢੀ। ਉਹ ਜਿਵੇਂ ਪਾਗਲ ਹੋ ਗਿਆ। ਡਿੱਗਿਆ ਪਿਆ ਉਹ ਧਰਤੀ ਤੋਂ ਉੱਠਿਆ, ਭੱਜ ਕੇ ਮੱਘਰ ਨੂੰ ਜਫਾ ਮਾਰਿਆ। ਜਫੋ ਜਫੀ ਹੋਇਆਂ ਨੂੰ ਦੂਜੇ ਬੰਦੇ ਛਡਾਉਣ ਲੱਗੇ, ਪਰ ਬਿਸ਼ਨੀ ਦੇ ਮਾਲਕ 'ਚ ਜਿਵੇਂ ਕੋਈ ਪ੍ਰੇਤ ਆਇਆ ਸੀ। ਉਹਨੇ ਮੱਘਰ ਨੂੰ ਜਫਾ ਪਾਇਆ, ਛੱਡਿਆ ਨਾ ਤੇ ਉਹਦੇ ਮੋਢੇ ਦੀ ਬੁਰਕੀ ਕੱਢ ਕੇ ਲੈ ਗਿਆ। ਮੱਘਰ ਨੇ ਕੋਲ ਪਈ ਕੁਹਾੜੀ ਚੱਕ ਲਈ ਤੇ ਪੀਣ ਪਾਸਿਓਂ ਜ਼ੋਰ ਦੀ ਉਹਦੇ ਕਪਾਲ 'ਚ ਜੜਤੀ। ਉਹ ਥਾਂ ਦੀ ਥਾਂ ਫੁੜਕ ਗਿਆ। ਹਿਜਕੀਆਂ ਜੀਆਂ ਲੈਂਦਾ ਥਾਂ ਦੀ ਥਾਂ ਠੰਡਾ ਹੋ ਗਿਆ। ਪੁਲਿਸ ਆਈ, ਮੱਘਰ ਨੂੰ ਫੜ ਕੇ ਲੈ ਗਈ। ਬਿਸ਼ਨੀ ਕਈ ਸਾਲ ਮੁਕੱਦਮਾ ਲੜਦੀ ਰਹੀ। ਆਖਰ ਨੂੰ ਮੱਘਰ ਬਰੀ ਹੋ ਗਿਆ। ਬਿਸ਼ਨੀ ਢਿੱਡ 'ਚ ਮੁੱਕੀਆਂ ਦੇ ਕੇ ਬੈਠੀ ਰਹਿ ਗਈ। ਉਹਦਾ ਦੇਵਤਾ ਮਨੁੱਖ ਜਰਵਾਣੇ ਜੱਟ ਨੇ ਖਾ ਲਿਆ ਸੀ। ਬਿਸ਼ਨੀ ਸਬਰ ਦੀਆਂ ਘੁੱਟਾਂ ਭਰ ਕੇ ਦਿਨ ਕੱਟਦੀ ਰਹੀ। ਜ਼ਮੀਨ ਕਦੇ ਉਹ ਹਿੱਸੇ ਉੱਤੇ ਦੇ ਦਿੰਦੀ, ਕਦੇ ਕਿਸੇ ਸਾਲ ਠੇਕੇ ਤੇ ਚੜਾ ਦਿੰਦੀ। ਉਹਦੇ ਦੋਵੇਂ ਮੁੰਡੇ ਦਿਨੋਂ ਦਿਨ ਉਡਾਰ ਹੁੰਦੇ ਗਏ। ਉਹਨਾਂ ਨੂੰ ਰਜਵਾਂ ਖਵਾਉਂਦੀ, ਰਜਵਾਂ ਪਿਆਉਂਦੀ। ਦੁੱਧ ਉਹਦੇ ਘਰੋਂ ਕਦੇ ਥੁੜਿਆ ਨਹੀਂ ਸੀ। ਉਹ ਚਾਹੁੰਦੀ ਸੀ ਉਹਦੇ ਮੁੰਡੇ ਦਿਨਾਂ 'ਚ ਹੀ ਜਵਾਨ ਹੋ ਜਾਣ ਤੇ ਦੱਬ ਕੇ ਵਾਹੀ ਕਰਨ ਤਾਂ ਕਿ ਉਹਨੂੰ ਰੰਡੇਪਾ ਭੁੱਲ ਜਾਏ, ਪਰ ਉਹਦੇ ਅੰਦਰ ਇੱਕ ਅੱਗ ਧੁਖਦੀ ਰਹਿੰਦੀ। ਮੱਘਰ ਜਦ ਕਦੇ ਉਹਦੀ ਨਿਗਾਹ ਪੈ ਜਾਂਦਾ ਤਾਂ ਉਹਦੇ ਕਾਲਜੇ 'ਚ ਇੱਕ ਲਾਟ ਨਿਕਲ ਜਾਂਦੀ। ਉਹ ਝੂਰਦੀ ਕਿ ਉਹ ਚੰਡਾਲ ਨੇ ਉਹਦਾ ਸੋਨੇ ਵਰਗਾ ਬੰਦਾ ਪਲਾਂ 'ਚ ਹੀ ਮੁਕਾ ਦਿੱਤਾ ਸੀ, ਪਰ ਕਦੇ ਕਦੇ ਤਾਂ ਉਹ ਗੁੱਸੇ 'ਚ ਕੰਬਣ ਲੱਗ ਜਾਂਦੀ, ਪਰ ਕੀ ਕਰਦੀ। ਮੱਘਰ ਵਿਆਹਿਆ ਗਿਆ ਸੀ। ਉਹਦੇ ਵੀ ਹੁਣ ਜਵਾਕ ਹੋ ਗਏ ਸੀ। ਉਹ ਭਾਈਆਂ ਨਾਲੋਂ ਅੱਡ ਹੋ ਗਿਆ ਸੀ। ਉਹਦੀ ਤੀਵੀਂ ਪੁੱਜ ਕੇ ਨਰਮ ਸੀ ਤੇ ਉਹਨੂੰ ਮਾੜੇ ਕੰਮ ਤੋਂ ਸਮਝਾਉਂਦੀ ਤੇ ਬਚਾਉਣ ਦੀ ਕੋਸ਼ਿਸ਼ ਕਰਦੀ। ਉਹ ਅਜੇ ਵੀ ਚੁਕਵੀਂ ਤੇ ਤੜੀ ਵਾਲੀ ਗੱਲ ਕਰਦਾ ਸੀ। ਹੱਥ 'ਚ ਹਮੇਸ਼ਾ ਹੀ ਪਿੱਤਲ ਦੇ ਕੋਕਿਆਂ ਵਾਲੀ ਚਿਲਕਵੀਂ ਗੰਡਾਸੀ ਰੱਖਦਾ। ਕੰਮ ਦਾ ਡੱਕਾ ਨਹੀਂ ਸੀ ਤੋੜਦਾ। ਬਿਸ਼ਨੀ ਦੇ ਘਰ ਮੂਹਰ ਦੀ ਵੀ ਉਹ ਕਦੇ ਕਦੇ ਲੰਘ ਜਾਂਦਾ। ਸ਼ਾਇਦ ਉਹਨੂੰ ਹੈਂਕੜੀ ਸੀ ਕਿ ਇਹ ਕੱਲ ਦੇ ਜਵਾਕੜੇ ਮੇਰਾ ਕੀ ਫੰਨੂ ਖੋਹ ਲੈਣਗੇ। ਬਿਸ਼ਨੀ ਦੋਵੇਂ ਮੁੰਡਿਆਂ ਨੂੰ ਸਭ ਕੁਝ ਦੱਸਦੀ ਰਹਿੰਦੀ। ਰਾਤ ਨੂੰ ਪੈਣ ਲੱਗੀ ਉਹਨਾਂ ਮੂਹਰੇ ਘਿਣਾ ਪਾਉਂਦੀ, ਜੇ ਕਿਤੇ ਪਿਓ ਦਾ ਬਦਲਾ ਲਵੇ। ਜਿੱਦਣ ਇਸ ਜੱਟ ਦਾ ਚੂਲੀਏ ਲਹੂ ਪੀਤਾ, ਮੇਰਾ ਤਾਂ ਉਦਣ ਕਾਲਜਾ ਠਰੂ। ਕਦੇ ਕਦੇ ਉਹ ਆਪਣਾ ਸਾਰਾ ਦਿਲ ਆਪਣੇ ਦੋਹਾਂ ਪੁੱਤਰਾਂ ਮੂਹਰੇ ਢੇਰੀ ਕਰ ਦਿੰਦੀ। ਹੁਣ ਤਾਂ ਜਿਵੇਂ ਇੱਕੋ ਗੱਲ ਭੂਤ ਬਣ ਕੇ ਉਹਦੇ ਸਿਰ ਤੇ ਸਵਾਰ ਹੋ ਗਈ ਸੀ। ਉਹਨੇ ਕਦੇ ਨਹੀਂ ਸੀ ਸੋਚਿਆ ਕਿ ਉਹਦਾ ਕੋਈ ਪੁੱਤ ਵਿਆਹਿਆ ਜਾਵੇ। ਉਹਨੇ ਕਦੇ ਹੁਣ ਇਹ ਖਿਆਲ ਨਹੀਂ ਸੀ ਕੀਤਾ ਕਿ ਉਹਦੇ ਪੁੱਤ ਖੇਤਾਂ 'ਚ ਦੱਬ ਕੇ ਕਮਾਈ ਕਰਨ। ਉਹ ਤਾਂ ਚਾਹੁੰਦੀ ਸੀ ਮੱਘਰ ਦੀ ਲੋਥ ਨੂੰ ਹੀ ਉਹ ਇੱਕ ਦਿਨ ਦੇਖ ਲਵੇ ਤੇ ਉਹਦੇ ਕਾਲਜੇ ਠੰਡ ਪੈ ਜਾਏ। ਮੱਘਰ ਹੁਣ ਤਾਂ ਦਿਨੇ ਵੀ ਸ਼ਰਾਬ ਨਾਲ ਰੱਜਿਆ ਰਹਿੰਦਾ। ਉਹਦੇ ਭਰਾ ਵੀ ਉਹਨੂੰ ਮੂੰਹ ਨਹੀਂ ਸੀ ਲਾਉਂਦੇ। ਉਹਦੀ ਤੀਵੀਂ ਬੁੜੀਆਂ ਕੋਲ ਸੇਰ ਸੇਰ ਪਾਣੀ ਰੋਂਦੀ। ਮੱਘਰ ਦੀ ਪੱਗ ਵੀਹੀ ਦੇ ਗਾਰੇ 'ਚ ਰੁਲਦੀ ਰਹਿੰਦੀ ਤੇ ਉਹ ਸਿਰੋਂ ਨੰਗਾ ਕਦੇ ਇੱਧਰ ਕੋਲੇ ਨਾਲ ਵੱਜਿਆ, ਕਦੇ ਉੱਧਰ ਕੋਲੇ ਨਾਲ ਵੱਜਿਆ। ਚਾਦਰਾ ਤੇੜੋਂ ਲਾ ਕੇ ਮੋਢਿਆਂ ਤੇ ਧਰ ਲੈਂਦਾ। ਲੋਹੜੀ ਵਾਲੀ ਰਾਤ ਤਾਂ ਉਹਨੇ ਬਹੁਤ ਹੀ ਪੀ ਲਈ ਸੀ। ਅਗਵਾੜ ਦੀ ਸੱਥ 'ਚ ਪਾਈ ਧੂਈ ਕੋਲ ਦੀ ਜਦੋਂ ਲੰਘਣ ਲੱਗਿਆ ਤਾਂ ਉਹਨੇ ਉੱਚੀ ਲਲਕਾਰਾ ਮਾਰਿਆ ਤੇ ਕਿਹਾ, ਉਹ ਜਦੋਂ ਦੇਖ ਲਿਆ ਰੰਡੀ ਦੇ ਘਰ ਵੜਦਾ। ਧੂਈ ਉੱਤੇ ਬੈਠੇ ਇੱਕ ਅਲੇਲ ਮੁੰਡੇ ਨੇ ਸੁਭਾਈਕੀ ਲਾਚੜ ਕੇ ਉਹਨੂੰ ਪੁੱਛ ਲਿਆ, ਰੰਡੀ ਕਿਹੜੀ ਹੈ ਮੱਘਰਾ? ਮੱਘਰ ਜੀਭ ਜੀ ਮਲ ਕੇ ਕਹਿੰਦਾ, ਆ ਬਿਸ਼ਨੀ ਰੰਡੀ। ਬਿਸ਼ਨੀ ਦਾ ਛੋਟਾ ਮੁੰਡਾ ਵੀ ਧੂਈ ਸੇਕ ਰਿਹਾ ਸੀ। ਮੱਘਰ ਨੇ ਇੰਨੀ ਗੱਲ ਕਹੀ ਤੇ ਉਹਨੇ ਜੱਚਾ ਕੇ ਕਸੀਆ ਸਿੱਧਾ ਪਾਸਿਓਂ ਮੱਘਰ ਦੇ ਸਿਰ 'ਚ ਗੱਡਤਾ। ਨਾਲ ਦੀ ਨਾਲ 2 ਕਸੀਏ ਹੋਰ ਉਹਦੀ ਗਰਦਨ ਤੇ ਮਾਰ ਕੇ ਉਹਦੀ ਘੰਡੀ ਵੱਢਤੀ। ਧੂਈ ਉੱਤੇ ਬੈਠੇ ਸਾਰੇ ਲੋਕ ਚੁੱਪ ਕਰਕੇ ਆਪੋ ਆਪਣੇ ਘਰਾਂ ਨੂੰ ਤੁਰ ਪਏ।
ਬਿਸ਼ਨੀ ਨੂੰ ਜਦ ਪਤਾ ਲੱਗਿਆ, ਦੂਜੇ ਮੁੰਡੇ ਨੂੰ ਵੀ ਬਾਹਰਲੇ ਘਰੋਂ ਫਟਾਫਟ ਬੁਲਾ ਲਿਆ। ਮੱਘਰ ਦੀ ਸੁੰਦਕਦੀ ਲੋਥ ਨੂੰ ਘੜੀਸ ਕੇ ਉਹਨਾਂ ਤਿੰਨੇ ਮਾਂ ਪੁੱਤਾਂ ਨੇ ਆਪਣੇ ਵਿਹੜੇ 'ਚ ਲਿਆ ਸੁੱਟਿਆ ਦੋਵੇਂ ਮੁੰਡਿਆਂ ਨੂੰ। ਫਿਰ ਉਹਨੇ ਖੇਤਾਂ ਨੂੰ ਡੱਕਰ ਦਿੱਤਾ। ਆਪ ਨੇ ਧੜਕ ਹੋ ਕੇ ਸਬਾਤ 'ਚ ਪੈ ਗਈ। ਧੂਈ ਵਾਲੀ ਥਾਂ ਤੇ ਮੱਘਰ ਦਾ ਤੇ ਮੱਘਰ ਦੇ ਭਾਈਆਂ ਦਾ ਘਰ ਖਾਸੀ ਦੂਰ ਸੀ, ਇਸ ਲਈ ਉਹਨਾਂ ਨੂੰ ਕੁਝ ਠਹਿਰ ਕੇ ਇਸ ਵਾਕਿਏ ਦਾ ਪਤਾ ਲੱਗਿਆ। ਉਹ ਗੰਡਾਸੇ ਭੱਲੇ ਲੈ ਕੇ ਬਿਸ਼ਨੀ ਦੇ ਘਰ ਆਏ। ਬਿਸ਼ਨੀ ਸਬਾਤ 'ਚੋਂ ਨਿਕਲ ਕੇ ਕੋਠੇ ਤੇ ਜਾ ਛੱਪ ਲਈ ਸੀ। ਵਿਹੜੇ 'ਚ ਮੱਘਰ ਦੀ ਲੋਥ ਪਈ ਦੇਖ ਕੇ ਉਹਦੇ ਭਰਾ ਵਾਪਸ ਮੁੜ ਗਏ। ਉਹਦੇ 'ਚ ਸਾਹ ਹੁੰਦੇ ਤਦ ਹੀ ਉਹਨੂੰ ਘਰ ਚੁੱਕ ਕੇ ਲੈ ਜਾਂਦੇ। ਲੋਥ ਨੂੰ ਉਹ ਕੀ ਚੁੱਕਦੇ। ਤੜਕੇ ਨੂੰ ਉਹਨਾਂ ਨੇ ਪੁਲਿਸ ਚੜਾ ਲਿਆਂਦੀ। ਪੁਲਿਸ ਨੇ ਆ ਕੇ ਦੇਖਿਆ ਬਿਸ਼ਨੀ ਮੌਜਾਂ 'ਚ ਆਈ ਦੁੱਧ ਰਿੜਕ ਰਹੀ ਸੀ ਤੇ ਕੁਝ ਗਾ ਰਹੀ ਸੀ। ਮੱਘਰ ਦੀ ਲੋਥ ਅੜੋਕਣ ਬਣਾ ਕੇ ਉਹਨੇ ਰਿੜਕਣੇ ਨਾਲ ਲਾਈ ਹੋਈ ਸੀ। ਥਾਣੇਦਾਰ ਨੇ ਉਹਨੂੰ ਗੁੱਤੋਂ ਫੜ ਲਿਆ। ਦੱਸ ਬੁੜੀਏ, ਪੁੱਤ ਤੇਰੇ ਕਿੱਥੇ ਨੇ? ਬਿਸ਼ਨੀ ਚੜੇਲ ਬਣੀ ਹੋਈ ਸੀ। ਉਹ ਥਾਣੇਦਾਰ ਨੂੰ ਕਹਿੰਦੀ, ਜੇ ਬੰਦੇ ਦਾ ਪੁੱਤ ਹੈ ਤਾਂ ਪਹਿਲਾਂ ਗੁੱਤ ਛੱਡ ਮੇਰੀ। ਥਾਣੇਦਾਰ ਨੇ ਉਹਦੀ ਗੁੱਤ ਛੱਡਤੀ। ਉਹ ਕਹਿੰਦੀ, ਅੱਜ ਮੈਂ ਆਪਦੇ ਮਾਲਕ ਦਾ ਬਦਲਾ ਲੈ ਲਿਆ। ਮੇਰਾ ਕਾਲਜਾ ਠਰ ਗਿਆ। ਮੁੰਡੇ ਮੇਰੇ ਟਾਹਲੀ ਵਾਲੇ ਖੇਤ ਝੂਬੀ 'ਚ ਬੈਠੇ ਆ, ਜਾ ਕੇ ਫੜ ਲਓ। ਤੇ ਉਹ ਹੌਲੀ ਦੇ ਕੇ ਥਾਣੇਦਾਰ ਨੂੰ ਕਹਿੰਦੀ, ਪਰ ਦੇਖ, ਉਹਨਾਂ ਦੇ ਪਿੰਡੇ ਨੂੰ ਛਮਕ ਨਾ ਲਾਈ। ਆਪਦੀ ਜਾਇਦਾਦ ਦੇ ਜ਼ੋਰ ਤੇ ਉਹਨਾਂ ਨੂੰ ਛਡਾਊਂ। ਤੂੰ ਵੀਰਾ ਉਹਨਾਂ ਦੇ ਫੁੱਲ ਦੀ ਨਾ ਲਾਈ। ਬਿਸ਼ਨੀ ਪਾਗਲਾਂ ਵਾਂਗ ਬੋਲ ਰਹੀ ਸੀ ਤੇ ਉੱਚੀ ਉੱਚੀ ਗੜਕ ਰਹੀ ਸੀ। ਸਾਰਾ ਅਗਵਾੜ ਮੂੰਹ 'ਚ ਉਂਗਲਾਂ ਪਾਈ ਉਹਨਾਂ ਦੇ ਵਿਹੜੇ 'ਚ ਖੜਾ ਸੀ। ਹਰ ਇੱਕ ਦੇ ਮੂੰਹੋਂ ਬਾਰ-ਬਾਰ ਇਹੀ ਨਿਕਲਦੀ ਸੀ, ਅਸ਼ਕੇ ਬੁੜੀਏ ਤੇਰੇ। ਧੰਨਵਾਦ। ਰਾਮ ਸਰੂਪ ਪੰਖੀ ਦੀ ਕਹਾਣੀ ਹੈ। ਇੱਕ ਔਰਤ। ਪੋਹ ਮਾਘ ਦੀ ਰੁੱਤ ਸੀ। ਅੰਤਾਂ ਦੀ ਠੰਡ। ਅੱਖ ਝਮਕੇ ਤੋਂ ਦਿਨ ਨਿਕਲ ਜਾਂਦਾ। 15ਵੇਂ-20ਵੇਂ ਦਿਨ ਹੀ ਮੈਨੂੰ ਸ਼ਹਿਰ ਜਾਣਾ ਪੈਂਦਾ। ਇੱਕ ਐਸੀ ਮੁਕੱਦਮੇ 'ਚ ਮੈਂ ਅੜ ਗਿਆ ਸੀ, ਜਿਸ 'ਚ ਨਾ ਤਾਂ ਸਰਕਾਰ ਮੇਰਾ ਖਹਿੜਾ ਛੱਡਦੀ ਸੀ ਤੇ ਨਾ ਹੀ ਉਹਦੀ ਪੈਰਵੀ ਛੱਡ ਕੇ ਮੈਨੂੰ ਤਸੱਲੀ ਹੁੰਦੀ ਸੀ। ਪਾਣੀ ਵਾਂਗੂ ਪੈਸਾ ਵਹਿ ਰਿਹਾ ਸੀ। ਛੇਤੀ ਫੈਸਲਾ ਨਾ ਹੁੰਦਾ ਵੇਖ ਕੇ ਵਕੀਲ ਜ਼ਹਿਰ ਵਾਂਗ ਲੱਗਦਾ ਸੀ। ਅਫਸਰ ਜਿਸ ਕੋਲ ਮੁਕੱਦਮਾ ਸੀ, ਜੀ ਕਰਦਾ ਸੀ ਉਹਦੇ ਸਿਰ 'ਚ ਡਬਲ ਇੱਟ ਚੁੱਕ ਕੇ ਮਾਰਾਂ। ਉਹਦਾ ਦਿਮਾਗ ਫਟ ਕੇ ਖੁੱਲ ਜਾਏ ਤੇ ਫਿਰ ਸ਼ਾਇਦ ਉਹਨੂੰ ਮੇਰੇ ਮੁਕੱਦਮੇ ਦੀ ਸਮਝ ਆਏ। ਕਾਨੂੰਨ ਕੀ ਕਰਨਗੇ? ਕੋਈ ਉਲਟਾ ਹਥਿਆਰ ਵਰਤਾਂ? ਇੱਕ ਦਿਨ ਮੇਰੇ ਦਿਮਾਗ 'ਚ ਆਈ। ਉਸ ਸ਼ਹਿਰ ਇੱਕ ਬੰਦਾ ਸੀ, ਸੱਜਣ ਸਿੰਘ। ਉਹ ਸੜਕਾਂ ਤੇ ਪੁਲ ਬਣਾਉਣ ਦੀ ਠੇਕੇਦਾਰੀ ਕਰਦਾ ਹੁੰਦਾ। ਸ਼ਰਾਬ ਉਹ ਬੜੀ ਪੀਂਦਾ ਸੀ। ਕਹਿੰਦੇ ਉਸ ਅਫਸਰ ਨਾਲ ਉਸ ਥਾਣੇਦਾਰ ਦਾ ਖਾਣ ਪੀਣ ਸਾਂਝਾ ਸੀ। ਕਈ ਸਾਲਾਂ ਦੀ ਗੱਲ ਹੈ। ਸਾਡੇ ਪਿੰਡ ਕੋਲ ਦੀ ਲੰਘਦੀ ਸੜਕ ਦੇ ਇੱਕ ਪੁਲ ਦਾ ਠੇਕਾ ਉਸ ਸੱਜਣ ਸਿੰਘ ਨੇ ਹੀ ਲਿਆ ਹੋਇਆ ਸੀ। ਉਦੋਂ ਉਸ ਨਾਲ ਮੇਰੀ ਮੁਲਾਕਾਤ ਅਕਸਰ ਹੁੰਦੀ ਰਹਿੰਦੀ ਸੀ। ਉਹ ਮੇਰਾ ਕਾਫੀ ਸਿਆਣੂ ਹੋ ਗਿਆ ਸੀ। ਮੈਂ ਸੋਚਿਆ ਉਦੋਂ ਤਾਂ ਉਹ ਕਾਫੀ ਖੁੱਲੀਆਂ ਗੱਲਾਂ ਕਰ ਲੈਂਦਾ ਸੀ। ਜੋ ਉਸ ਕੋਲ ਉਸ ਅਫਸਰ ਦੀ ਗੱਲ ਤੋਰਾਂ ਤਾਂ ਸ਼ਾਇਦ ਕੰਮ ਬਣ ਹੀ ਜਾਏ। ਨਿੱਤ ਦੀ ਹਿੱਬੜ ਨਾਲੋਂ 500-400 ਝੋਕ ਦੇਣਾ ਹੀ ਮੈਂ ਠੀਕ ਸਮਝਿਆ। ਸੱਜਣ ਸਿੰਘ ਠੇਕੇਦਾਰ ਨੂੰ ਪੁੱਛਦਾ ਪੁਛਾਉਂਦਾ ਦੂਜੇ ਦਿਨ ਹੀ ਘਸਮੈਲੀ ਜੀ ਆਥਣ ਹੋਈ ਤਾਂ ਮੈਂ ਉਹਦੇ ਘਰ ਮੂਹਰੇ ਜਾ ਖੜਾ। ਹਵੇਲੀ ਜਿੱਡਾ ਵੱਡਾ ਮਕਾਨ। ਮੈਂ ਅੰਦਰ ਚਲਾ ਗਿਆ। 2 ਕਮਰੇ ਸਮਾਨ ਨਾਲ ਬੂਥੇ ਹੋਏ, ਰਸੋਈ, ਗੁਸਲਖਾਨਾ ਤੇ ਬੈਠਣ ਉੱਠਣ ਵਾਲਾ ਕਮਰਾ ਵਧੀਆ। 2 ਹੋਰ ਕਮਰੇ ਪੈਣ ਸੌਣ ਵਾਲੇ। ਵਿਹੜੇ 'ਚ ਟਹਿ ਕਰਦੀ ਇਸ਼ਕ ਪੇਚੇ ਦੀ ਵੇਲ ਇੱਕ ਸਿਰੇ ਤੀਕ ਇੱਕ ਤਾਰ ਤੇ ਚੜੀ ਹੋਈ, ਜਿਸ ਨੇ ਇੱਕ ਤਰੀਕੇ ਨਾਲ ਵਿਹੜੇ ਨੂੰ 2 ਹਿੱਸਿਆਂ 'ਚ ਵੰਡਿਆ ਹੋਇਆ ਸੀ। ਮਕਾਨ ਦੇ ਉੱਤੇ ਵੀ 2 ਚੁਬਾਰੇ ਬੰਗਲਿਆਂ ਵਰਗੇ। ਇੱਕ ਰਸੋਈਆ ਰੋਟੀ ਬਣਾ ਰਿਹਾ ਸੀ। ਇੱਕ ਹੋਰ ਨੌਕਰ ਮਹਿੰਦੀ ਧਾਰ ਕੱਢ ਰਿਹਾ ਸੀ। ਇੱਕ ਖੂਬਸੂਰਤ ਔਰਤ ਇੱਕ ਖੂਬਸੂਰਤ ਜਵਾਕ ਨੂੰ ਚੁਟਕੀਆਂ ਵਜਾ ਖਿਡਾ ਰਹੀ ਸੀ। ਚੁਟਕੀਆਂ ਵਜਾ ਹਸਾ ਰਹੀ ਸੀ। ਸੱਜਣ ਸਿੰਘ ਬਾਰੇ ਜਦੋਂ ਮੈਂ ਪੁੱਛਿਆ ਤਾਂ ਉਹਨੇ ਜਵਾਬ ਦਿੱਤਾ, ਉਹ ਤਾਂ ਘਰ ਨਹੀਂ ਹੈ ਜੀ। ਸਲੀਵਲੈਸ ਕਮੀਜ਼ ਤੇ ਤੰਗ ਮੂਹਰੀ ਦੀ ਸਲਵਾਰ, ਰੰਗ ਗੋਰਾ ਪਰ ਕੁਝ ਬੱਗਾ ਜਿਹਾ। ਅੱਖਾਂ 'ਚ ਗੂੜਾ ਕੱਜਲ, ਕੰਨਾਂ 'ਚ ਵੱਡੀਆਂ ਗੋਲ ਵਾਲੀਆਂ। ਖੱਬੀ ਬਾਂਹ 'ਚ ਸੋਨੇ ਦੀਆਂ 2 ਚੂੜੀਆਂ। ਕੱਦ ਲੰਮਾ ਤੇ ਸਰੀਰ ਗੱਦਰ। ਉਮਰ 23-24 ਦੇ ਨੇੜੇ ਤੇੜੇ। ਪਹਿਲਾਂ ਤਾਂ ਮੈਂ ਸਮਝਿਆ ਕਿ ਉਹ ਸੱਜਣ ਸਿੰਘ ਦੀ ਲੜਕੀ ਹੋਏਗੀ ਜਾਂ ਸ਼ਾਇਦ ਛੋਟੀ ਭੈਣ, ਪਰ ਉਹਦੇ ਨਾਲ 1-2 ਹੋਰ ਗੱਲਾਂ ਕਰਨ ਨਾਲ ਮੈਨੂੰ ਅਹਿਸਾਸ ਜਿਹਾ ਹੋ ਗਿਆ ਕਿ ਉਹਦੀ ਤੀਵੀਂ ਵੀ ਹੋ ਸਕਦੀ ਹੈ। ਪਰ ਮੈਂ ਇਹ ਵੀ ਸੋਚਿਆ ਕਿ ਜਦ ਉਹ ਸਾਡੇ ਪਿੰਡ ਕੋਲ ਦੀ ਲੰਘਦੀ ਸੜਕ ਦਾ ਪੁਲ ਬਣਾਉਂਦਾ ਹੁੰਦਾ ਸੀ, ਉਦੋਂ ਤਾਂ ਉਹ ਦੱਸਦਾ ਹੁੰਦਾ ਸੀ ਕਿ ਉਹਦੇ 4 ਮੁੰਡੇ ਕੁੜੀਆਂ ਤੇ ਉਹਦੀ ਘਰਵਾਲੀ ਦਿਨਾਂ 'ਚ ਹੀ ਢਿਲਕ ਗਈ ਹੈ। ਤੇ ਮੇਰੇ ਦਿਮਾਗ 'ਚ ਬਹੁਤੀ ਸਮਝ ਉਤਰੀ ਨਾ ਤੇ ਮੈਂ ਮੁੱਕਦੀ ਗੱਲ ਉਸ ਔਰਤ ਨੂੰ ਕਿਹਾ, ਚੰਗਾ ਜੀ, ਠੇਕੇਦਾਰ ਸਾਹਿਬ ਨੂੰ ਇਉਂ ਕਹਿ ਦਿਓ ਵੀ ਤੁਹਾਨੂੰ ਕੋਈ ਬੰਦਾ ਮਿਲਣ ਆਇਆ ਸੀ ਤੇ ਉਹ ਕੱਲ ਨੂੰ ਫੇਰ ਆਊਗਾ। ਉੱਤੋਂ ਕੱਕਰ ਵਰਗੀ ਠਾਰੀ ਪੈਂਦੀ ਹੈ, ਭਰਾ ਜੀ,
ਜੇ ਤੁਸੀਂ ਕੱਲ ਨੂੰ ਫੇਰ ਮੁੜ ਕੇ ਆਉਣਾ ਤਾਂ ਹੁਣ ਇੱਥੇ ਹੀ ਰਹੋ। ਸਵੇਰੇ ਹੀ ਜਾਂ ਕੱਲ ਦੁਪਹਿਰ ਨੂੰ ਸਰਦਾਰ ਜੀ ਆ ਜਾਣਗੇ। ਉਹਨੇ ਪੂਰੀ ਤਸੱਲੀ ਦਿੱਤੀ। ਮੈਂ ਸੋਚਿਆ ਕਿ ਨੌਕਰਾਂ ਤੋਂ ਬਿਨਾਂ ਤਾਂ ਬੰਦਾ ਹੋਰ ਕੋਈ ਘਰ 'ਚ ਦਿਸਦਾ ਨਹੀਂ, ਰਹੀਏ ਕਿਹਦੇ ਕੋਲ। ਪੂਰੇ ਦਾ ਠੱਕਾ ਵੱਜਦਾ ਵੇਖ ਕੇ ਪਿੰਡ ਦੂਰ ਹੋਣ ਕਰਕੇ ਜੀ ਤਾਂ ਮੇਰਾ ਵੀ ਇਹੀ ਕਰਦਾ ਸੀ ਕਿ ਅੱਜ ਦੀ ਰਾਤ ਇੱਥੇ ਹੀ ਰਹਿ ਪਵਾਂ। ਪਰ ਮੈਂ ਉਹਨੂੰ ਕਹਿਤਾ, ਨਹੀਂ ਬੀਬੀ ਜੀ, ਆ ਖੜਾ ਪਿੰਡ, ਤੜਕੇ ਨੂੰ ਫੇਰ ਆ ਜਾਊਂਗਾ। ਸਾਲ ਕੁ ਭਰ ਦਾ ਗੁੱਡਣੀਏ ਰੁੜਦਾ ਉਹਦਾ ਮੁੰਡਾ ਮੇਰੇ ਪੈਰਾਂ ਨੂੰ ਆ ਚਿੰਬੜਿਆ। ਕੱਛਾਂ 'ਚ ਪਾ ਕੇ ਉਹਨੇ ਚੁੱਕ ਲਿਆ ਤੇ ਉਹੀ ਸਿਓ ਵਰਗੀ ਗੱਲ ਆਪਣੇ ਮੂੰਹ ਨਾਲ ਘੁੱਟ ਲਈ। ਮੁੰਡੇ ਨੇ ਆਪਣੀਆਂ ਉਂਗਲਾਂ ਮੇਰੀ ਦਾੜੀ ਚੜਾਤੀਆਂ। ਮੈਂ ਉਹਦਾ ਹੱਥ ਫੜਿਆ, ਉਹਦੀਆਂ ਖਰੀਆਂ ਛੋਟੀਆਂ-ਛੋਟੀਆਂ ਉਂਗਲੀਆਂ ਨੂੰ ਆਪਣੀ ਦਾੜੀ ਦੀ ਗੁੱਟੀ 'ਚੋਂ ਕੱਢਿਆ। ਇਸ ਤਰ੍ਹਾਂ ਮੇਰੀ ਦਾੜੀ ਦੇ 2-3 ਵਾਲ ਪੁੱਟੇ ਗਏ। ਮੇਰੇ ਮੂੰਹ ਦੀ ਕਸੀਸ ਜਿਹੀ ਵੱਟੀ ਦੇਖ ਕੇ ਉਸ ਔਰਤ ਦੇ ਚਿਹਰੇ ਤੇ ਇੱਕ ਸ਼ਰਾਰਤ ਭਰੀ ਹਾਸੀ ਨੱਚ ਉੱਠੀ। ਬੱਚੇ ਨੂੰ ਇੱਕ ਵਾਰੀ ਹੋਰ ਘੁੱਟ ਕੇ ਉਹਨੂੰ ਖਿੜ-ਖਿੜ ਹੱਸਦੇ ਨੂੰ ਮੈਂ ਜ਼ਮੀਨ ਤੇ ਹੀ ਰੁੜਨਾ ਛੱਡ ਦਿੱਤਾ। ਔਰਤ ਨੇ ਆਪਣਾ ਸਾਰਾ ਸਰੀਰ ਇਕੱਠਾ ਜਿਹਾ ਕਰਕੇ ਮੈਨੂੰ ਆਖਿਆ, ਤੁਸੀਂ ਭਰਾ ਜੀ ਐਵੇਂ ਸੰਗੋ ਨਾ, ਤੇ ਨਾਲ ਦੀ ਨਾਲ ਆਵਾਜ਼ ਮਾਰੀ, ਉਹ ਮੰਗੂ। ਮੈਂ ਦੀ ਧਾਰ ਕੱਢ ਕੇ ਹਟੇ ਮੰਗੂ ਨੇ ਮੇਰਾ ਸਾਈਕਲ ਵਿਹੜੇ 'ਚੋਂ ਤੋਰ ਕੇ ਇੱਕ ਕਮਰੇ 'ਚ ਖੜਾ ਕਰਤਾ। ਉਹ ਸ਼ਾਇਦ ਸਮਝਦਾ ਸੀ ਕਿ ਸੱਜਣ ਸਿੰਘ ਦੇ ਮਿਲਣ ਵਾਲਾ ਮੈਂ ਕੋਈ ਖਾਸ ਬੰਦਾ ਸੀ। ਕੋਈ ਖਾਸ ਬੰਦਾ ਹੀ ਇਉਂ ਉਸ ਔਰਤ ਨਾਲ ਗੱਲਾਂ ਕਰ ਸਕਦਾ ਸੀ। ਕੋਈ ਖਾਸ ਬੰਦਾ ਹੀ ਉਸ ਬੱਚੇ ਨੂੰ ਇਉਂ ਘੁੱਟ-ਘੁੱਟ ਪਿਆਰ ਦੇ ਸਕਦਾ ਸੀ। ਖਾਸ ਬੰਦਾ ਹੋਣ ਦਾ ਪਰ ਮੇਰੇ ਬਾਰੇ ਮੰਗੂ ਨੂੰ ਭੁਲੇਖਾ ਲੱਗ ਗਿਆ ਸੀ। ਉਸ ਔਰਤ ਦੀ ਇੰਨੀ ਖਿੱਚ ਤੇ ਖੁਸ਼ਕਥਨੀ ਤੇ ਮੈਨੂੰ ਸਗੋਂ ਹੈਰਾਨੀ ਹੋ ਰਹੀ ਸੀ। ਜ਼ਮੀਨ ਤੇ ਰੁੜਦਾ ਤੇ ਟੱਪਦਾ ਬੁੜਕਦਾ ਮੁੰਡਾ ਉਹਨੇ ਚੁੱਕ ਕੇ ਫਿਰ ਮੇਰੀ ਢਾਕ ਨਾਲ ਚੰਬੇੜ ਦਿੱਤਾ ਤੇ ਮੈਨੂੰ ਅੰਦਰ ਕਮਰੇ 'ਚ ਬੈਠ ਜਾਣ ਲਈ ਆਖਿਆ। ਮੈਥੋਂ ਹੁਣ ਉਹਦੀ ਜ਼ਿੱਦ ਮੋੜੀ ਨਾ ਗਈ। ਕਮਰੇ ਅੰਦਰ ਪਏ ਸੋਫੇ ਤੇ ਬੈਠ ਕੇ ਜਵਾਕ ਨੂੰ ਮੈਂ ਆਪਣੀ ਪੱਟਾਂ ਤੇ ਬਿਠਾ ਲਿਆ। ਮੈਂ ਉਸ ਨਾਲ ਲਾਡ ਕਰਨ ਲੱਗ ਪਿਆ। ਜਵਾਕ ਸੀ ਕਿ ਮੇਰੀ ਦਾੜੀ ਨੂੰ ਭੱਜ ਪੈਂਦਾ ਸੀ। ਉਹਦੀਆਂ ਸਿਓ ਗੱਲਾਂ ਤੇ ਪੋਲੇ-ਪੋਲੇ 2 ਥੱਪੜ ਮਾਰ ਕੇ ਮੈਂ ਉਹਨੂੰ ਭੁੰਜੇ ਰੁੜਨ ਛੱਡ ਦੇਣਾ ਹੀ ਠੀਕ ਸਮਝਿਆ। ਮੰਗੂ ਬਾਹਰ ਫਿਰਦਾ ਕਮਰੇ 'ਚ ਆਇਆ ਤੇ ਮੁੰਡੇ ਨੂੰ ਗੋਦੀ ਚੁੱਕ ਕੇ ਲੈ ਗਿਆ। ਮੈਂ ਇਕਾਂਤ ਦਾ ਮਿੱਠਾ ਅਹਿਸਾਸ ਸ਼ੁਰੂ ਕਰ ਲਿਆ। ਕਮਰਾ ਪੂਰੀ ਤਰ੍ਹਾਂ ਸਜਿਆ ਹੋਇਆ ਸੀ। ਕੰਧਾਂ ਤੇ ਚਾਰੇ ਪਾਸੇ ਇੱਕੋ ਜਿਹੀ ਵਿੱਥ ਛੱਡ ਕੇ ਕਿੰਨੀਆਂ ਹੀ ਤਸਵੀਰਾਂ ਲੱਗੀਆਂ ਸਨ। ਮੈਂ ਨਿਗਾਹ ਜਮਾ ਕੇ ਦੇਖਿਆ, ਉਹ ਤਸਵੀਰਾਂ ਇੱਕੋ ਔਰਤ ਦੀਆਂ ਸਨ, ਵੱਖ-ਵੱਖ ਪੋਜ਼ ਦੀਆਂ। ਸੋਫੇ ਤੋਂ ਉੱਠ ਕੇ ਜ਼ਰਾ ਨੇੜੇ ਹੋ ਕੇ ਦੇਖਿਆ, ਸਾਰੇ ਫਰੇਮਾਂ 'ਚ ਇੱਕੋ ਹੀ ਔਰਤ ਦੀਆਂ ਤਸਵੀਰਾਂ ਸਨ, ਵੱਖ-ਵੱਖ। ਪਰ ਫਿਰ ਮੈਂ ਗੌਰ ਨਾਲ ਤਸਵੀਰਾਂ ਨੂੰ ਦੇਖ ਰਿਹਾ ਸੀ। ਉਹ ਔਰਤ ਟਰੇ 'ਚ ਚਾਹ ਦੀ ਕੇਤਲੀ ਧਰੀ ਅੰਦਰ ਆ ਵੜੀ। ਮੈਨੂੰ ਤਸਵੀਰਾਂ ਵੱਲ ਵੇਖਦੇ ਨੂੰ ਵੇਖ ਕੇ ਉਹ ਜਿਵੇਂ ਟਰੇ ਲਈ ਖੜੀ ਰਹੀ। ਮੈਨੂੰ ਇਉਂ ਤਸਵੀਰਾਂ ਨੂੰ ਦੇਖਦੇ ਦੇਖ ਕੇ ਸ਼ਾਇਦ ਉਹਨੂੰ ਕੋਈ ਤਸਕੀਨ ਮਿਲ ਰਹੀ ਸੀ। ਇਹ ਤਸਵੀਰਾਂ ਕਿਹਦੀਆਂ ਨੇ? ਮੈਂ ਸੁੱਤੇ ਹੀ ਪ੍ਰਸ਼ਨ ਕਰਤਾ। ਇਹ ਤਸਵੀਰਾਂ ਤੁਸੀਂ ਸਿਆਣੀਆਂ ਨਹੀਂ, ਹੋਰ ਕਿਹਦੀਆਂ ਨੇ? ਉਹਦਾ ਭਾਵ ਸੀ ਕਿ ਇਹ ਤਸਵੀਰਾਂ ਉਸੇ ਦੀਆਂ ਤੇ ਹੋਰ ਕਿਹਦੀਆਂ? ਮੈਂ ਹੈਰਾਨ, ਇਹ ਤੀਵੀਂ ਤਾਂ ਹੁਣ ਸਧਾਰਨ ਜਨਾਨੀ ਲੱਗਦੀ ਹੈ, ਪਰ ਨੰਗੇ ਪੱਟ ਨੰਗੇ ਡੋਲਿਆਂ ਵਾਲੀ ਇਹ ਤਸਵੀਰ ਇਹਦੀ ਕਿਵੇਂ ਹੋਈ? ਆਹ ਤਸਵੀਰ ਹੱਥ ਵਿੱਚ ਬੈਡਮਿੰਟਨ ਦਾ ਬੱਲਾ, ਆਹ ਤਸਵੀਰ ਸਾਈਕਲ ਦੀ ਢੋਲ ਲਾ ਕੇ ਖੜੀ ਇੱਕ ਨਿਊ ਫੈਸ਼ਨ ਕੁੜੀ, ਆਹ ਤਸਵੀਰ ਸਵਿਮਿੰਗ ਅੰਗੀ ਕੱਛਾ ਤੇ ਆਹ ਤਸਵੀਰ ਭੰਗੜਾ ਡਰੈਸ। ਮੈਂ ਹੈਰਾਨੀ ਨੂੰ ਬੁੱਲਾਂ 'ਚ ਘੁੱਟ ਕੇ ਸੋਫੇ ਤੇ ਬਹਿ ਕਾਹਨੂੰ ਡਿੱਗੀ ਪਿਆ। ਚਾਹ ਮੈਂ ਪੀਤੀ, ਉਹਨੇ ਵੀ ਪੀਤੀ। ਉਸ ਘਰ 'ਚ ਮੈਂ ਬਿਲਕੁਲ ਇੱਕ ਓਪਰਾ ਬੰਦਾ ਸੀ, ਬਿਲਕੁਲ ਓਪਰਾ। ਸੱਜਣ ਸਿੰਘ ਠੇਕੇਦਾਰ ਦੀ ਰਾਹ ਜਾਂਦੀ ਜਾਣ ਪਛਾਣ ਤੋਂ ਬਿਨਾਂ ਮੇਰਾ ਉਸ ਘਰ ਵਿੱਚ ਕੀ ਸੀ? ਉਸ ਦਿਨ ਤਾਂ ਠੇਕੇਦਾਰ ਵੀ ਘਰ ਨਹੀਂ ਸੀ। ਉਹ ਜਨਾਨੀ ਮੇਰੇ ਇੰਨੇ ਨੇੜੇ ਕਿਉਂ ਹੋ ਰਹੀ ਸੀ? ਉਹ ਮੈਨੂੰ ਪਹਿਲਾਂ ਬਿਲਕੁਲ ਨਹੀਂ ਸੀ ਜਾਣਦੀ। ਉਹਦਾ ਰੱਤੀ ਭਰ ਜਵਾਕ ਮੇਰੇ ਇਉਂ ਗਲ ਨੂੰ ਚਿੰਬੜ ਗਿਆ ਸੀ ਜਿਵੇਂ ਮੈਨੂੰ ਕਦੋਂ ਦਾ ਜਾਣਦਾ ਹੋਵੇ। ਤੇ ਮੰਗੂ ਨੇ ਮੇਰਾ ਸਾਈਕਲ ਅੰਦਰ ਕਮਰੇ 'ਚ ਇਉਂ ਰੱਖ ਦਿੱਤਾ ਸੀ ਜਿਵੇਂ ਮੈਂ ਉਹਦੇ ਘਰ 'ਚ ਕਦੋਂ ਦਾ ਆਉਂਦਾ ਜਾਂਦਾ ਹੋਵਾਂ। ਮੈਨੂੰ ਉਹ ਘਰ ਉਸ ਦਿਨ ਇਉਂ ਲੱਗ ਰਿਹਾ ਸੀ ਜਿਵੇਂ ਮੈਂ ਉੱਥੋਂ ਕਦੋਂ ਦਾ ਆਉਂਦਾ ਜਾਂਦਾ ਰਿਹਾ ਸੀ। ਉਹ ਔਰਤ ਮੈਨੂੰ ਇਉਂ ਲੱਗ ਰਹੀ ਸੀ ਜਿਵੇਂ ਕਦੋਂ ਦੀ ਉਹ ਮੈਨੂੰ ਜਾਣਦੀ ਹੈ ਤੇ ਮੈਂ ਉਹਨੂੰ ਜਾਣਦਾ। ਉਹ ਇੱਕਦਮ ਹੀ ਮੇਰੇ ਨਾਲ ਖੁੱਲ੍ਹ ਗਈ ਸੀ। ਹੁਣ ਤਾਂ ਭਰਾ ਜੀ ਜ਼ਿੰਦਗੀ ਕੀ ਹੈ? ਇੱਕ ਹੌਕਾ ਜਿਹਾ। ਸਰਦਾਰ ਜੀ ਦੀ ਇਸ ਦੌਲਤ ਨੇ ਮੈਨੂੰ ਪੱਟਿਆ। ਉਦੋਂ ਇਹਨਾਂ ਦੀ ਇਹ ਦੌਲਤ ਨਹੀਂ ਸੀ ਦਿਸਦੀ। ਇਹਨਾਂ ਦੀ ਇੰਨੀ ਮੁਹੱਬਤ ਹੀ ਸਭ ਕੁਝ ਲੱਗਦੀ ਸੀ। ਹੁਣ ਬਸ ਦੌਲਤ ਹੀ ਦੌਲਤ ਪੱਲੇ ਰਹਿ ਗਈ। ਉਹਦੀਆਂ ਅੱਖਾਂ 'ਚ ਸੰਸਾਰ ਭਰ ਦੀ ਉਦਾਸੀ ਉਤਰ ਆਈ। ਹੇਠਲਾ ਬੁੱਲ ਆਪਣੇ ਮੂੰਹ 'ਚ ਚੂਸ ਕੇ ਫਿਰ ਉਹਨੇ ਦੱਸਿਆ, ਹੁਣ ਸਰਦਾਰ ਜੀ ਕਦੇ 10ਵੇਂ ਦਿਨ ਘਰੇ ਰਾਤ ਕੱਟਦੇ ਨੇ, ਕਦੇ 15ਵੇਂ ਦਿਨ। ਆਹ ਜਵਾਕ ਪਤਾ ਨਹੀਂ ਕਿਵੇਂ ਰੱਬ ਨੇ ਦੇ ਦਿੱਤਾ। ਘਰ-ਬਾਰ, ਦੌਲਤ, ਆਰਾਮ ਸਭ ਕੁਝ ਹੈ। ਔਲਾਦ ਹੈਗੀ ਹੈ। ਆਦਮੀ ਹੈ, ਪਰ ਆਦਮੀ ਆਦਮੀਆਂ ਵਰਗਾ ਆਦਮੀ ਨਹੀਂ।
ਜਦੋਂ ਆਉਂਦੇ ਨੇ ਤਾਂ ਪਿਆਰ ਬਥੇਰਾ ਕਰਦੇ ਨੇ, ਪਰ ਅੰਦਰ ਭਰਾ ਜੀ ਪਤਾ ਨਹੀਂ ਕਾਹਦੀ ਅੱਗ ਜੀ ਮੱਚਦੀ ਰਹਿੰਦੀ ਹੈ। ਕਦੇ ਕਦੇ ਤਾਂ ਮੇਰੀ ਸੁੱਧ ਬੁੱਧ ਜੀ ਮਾਰੀ ਜਾਂਦੀ ਹੈ। ਅੱਖਾਂ ਮੂਹਰੇ ਹਨੇਰਾ ਆ ਜਾਂਦਾ। ਉਦੋਂ ਤਾਂ ਐਂ ਜੀ ਕਰਦਾ ਵੀ ਇਸ ਜਵਾਕ ਸਣੇ ਕੋਈ ਖੂਹ ਟੋਭਾ ਗੰਦਾ ਕਰਦੇ ਆ। ਅੱਖਾਂ ਦਾ ਕਜਲਈ ਪਾਣੀ ਆਪਣੀ ਚੁੰਨੀ ਨਾਲ ਪੂੰਝ ਕੇ ਫਿਰ ਉਹਨੇ ਦੱਸਿਆ, ਪਹਿਲੀ ਤੀਵੀਂ ਦੇ ਉੱਤੋਂ ਦੀ ਵਿਆਹਿਆ ਸੀ ਮੈਨੂੰ। ਉਹ ਕਿੱਥੇ ਰਹਿੰਦੀ ਹੈ ਹੁਣ? ਮੈਂ ਪ੍ਰਸ਼ਨ ਕੀਤਾ। ਉਹ ਕਹਿੰਦੀ ਉਹ ਪੇਕੀ ਛੱਡ ਰੱਖੀ ਹੈ, ਆਪਣੇ ਜਵਾਕਾਂ ਨੂੰ ਪਾਲਦੀ ਹੈ। 200 ਰੁਪਇਆ ਮਹੀਨਾ ਸਰਦਾਰ ਜੀ ਤੋਂ ਖਰਚਾ ਲੈਂਦੀ ਹੈ ਅੜ ਕੇ। ਮੇਰੇ ਕੋਲੋਂ ਉੱਠ ਕੇ ਉਹਨੇ ਉਸ ਕਮਰੇ 'ਚ ਪਏ ਪਲੰਗ ਤੇ ਬਿਸਤਰ ਵਿਛਾ ਦਿੱਤਾ। ਮੈਂ ਰਜਾਈ 'ਚ ਮੁਟਕੀ ਮਾਰ ਕੇ ਬੈਠ ਗਿਆ। ਮੁੰਡਾ ਸੌਂ ਚੁੱਕਿਆ ਸੀ। ਉਹਨੇ ਮੇਰੇ ਨਾਲ ਪਾ ਗਈ। ਰਜਾਈ ਦੇ ਨਿਗਾਹ 'ਚੋਂ ਨਿੱਕੇ ਨਿੱਕੇ ਘਰਾੜੇ ਮਾਰਨ ਲੱਗ ਪਿਆ। ਰੋਟੀ ਲਿਆਂਦੀ ਗਈ। ਮੈਂ ਖਿਆਲਾਂ 'ਚ ਹੀ ਰੋਟੀ ਪਤਾ ਨਹੀਂ ਕਦੋਂ ਖਾ ਲਈ। ਰੋਟੀ ਮੈਨੂੰ ਮੰਗੂ ਨੇ ਖਵਾਈ ਸੀ, ਪਰ ਦੁੱਧ ਉਹ ਆਪ ਲੈ ਕੇ ਆਈ। ਮੇਰੇ ਪੈਂਦੀ ਬੈਠੀ ਕਾਫੀ ਚਿਰ ਉਹ ਗੱਲਾਂ ਕਰਦੀ ਰਹੀ। ਮੇਰੇ ਮਨ 'ਚ ਇੱਕੋ ਹੀ ਅਹਿਸਾਸ ਕਿ ਇਸ ਵਿਚਾਰੀ ਔਰਤ ਨਾਲ ਬੇਇਨਸਾਫੀ ਹੋਈ ਹੈ। ਮੇਰੇ ਮਨ 'ਚ ਫਿਰ ਖਿਆਲ ਆਉਂਦਾ ਕਿ ਮੈਂ ਉਹਦਾ ਕੀ ਲੱਗਦਾ? ਇਹ ਮੇਰੇ ਕੋਲ ਕਿਉਂ ਇੰਨਾ ਖੁੱਲ੍ਹ ਗਈ ਹੈ? ਮੈਂ ਕੀ ਇਹਦੇ ਮਾਮੇ ਦਾ ਪੁੱਤ ਲੱਗਦਾ ਜੋ ਇਹ ਮੇਰੇ ਕੋਲ ਆਪਣੀ ਗੰਢੜੀ ਖੋਲ ਬੈਠੀ ਹੈ? ਮੇਰੇ ਮਨ 'ਚ ਡਰ ਪੈਦਾ ਹੋਇਆ ਕਿਤੇ ਬਦ ਚਲਣ ਔਰਤ ਨਾ ਹੋਵੇ ਤੇ ਮੈਨੂੰ ਆਪਣੀ ਵਿਥਿਆ ਸੁਣਾ ਕੇ ਫਸਾਉਂਦੀ ਹੋਵੇ। ਮੇਰੇ ਮਨ 'ਚ ਇੱਕ ਵਾਰੀ ਤਾਂ ਡਰ ਸਿਖਰ ਤੇ ਪਹੁੰਚ ਗਿਆ। ਜਦ ਮੈਨੂੰ ਖਿਆਲ ਆਇਆ ਕਿ ਜੇ ਹੁਣ ਠੇਕੇਦਾਰ ਆ ਜਾਏ ਤਾਂ ਕੀ ਆਖੇ ਇਹਨੂੰ, ਕਹੇ ਤਗੜਾ ਕੌਣ ਵਾੜ ਰੱਖਿਆ ਅੰਦਰ। ਪਰ ਮੈਂ ਦਾੜੀ ਵੱਟ ਛੱਡੀ, ਫਸ ਗਈ ਤਾਂ ਹੁਣ ਫਟਕਣ ਕੀ। ਇਸ ਤਰ੍ਹਾਂ ਸੋਚਦੇ ਸੋਚਦੇ ਮੈਂ ਨੀਂਦ ਆ ਗਈ। ਮੁੰਡਾ ਮੇਰੇ ਨਾਲ ਹੀ ਪਿਆ ਰਿਹਾ। ਇੱਕਦਮ ਮੈਨੂੰ ਜਾਗ ਆਈ। ਕੀ ਵੇਖਦਾ, ਬਿਜਲੀ ਬੱਤੀ ਜਗ ਰਹੀ ਹੈ। ਉਹ ਔਰਤ ਉਸੇ ਕਮਰੇ 'ਚ ਮੰਜੀ ਡਾਹੀ ਬਿਸਤਰ 'ਚ ਪਈ ਮੇਰੇ ਵੱਲ ਗੁਟਰ ਗੁਟਰ ਝਾਕ ਰਹੀ ਹੈ। ਮੈਂ ਉਹਨੂੰ ਉੱਥੇ ਦੇਖ ਕੇ ਅੱਖਾਂ ਬੰਦ ਕਰ ਲਈਆਂ, ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਟ ਲੈਂਦਾ। ਉਹ ਉੱਠੀ ਤੇ ਇੱਕਦਮ ਬਿਜਲੀ ਬੱਤੀ ਉਹਨੇ ਬੁਝਾ ਦਿੱਤੀ। ਮੈਂ ਮਹਿਸੂਸ ਕੀਤਾ ਜਿਵੇਂ ਕੋਈ ਪਰਛਾਵਾਂ ਜਿਹਾ ਮੇਰੇ ਪਲੰਗ ਦੇ ਨੇੜੇ ਨੇੜੇ ਆ ਰਿਹਾ। ਮੈਂ ਸਹਿਮ ਜਿਹਾ ਗਿਆ। ਵਾਹਿਗੁਰੂ ਵਾਹਿਗੁਰੂ ਕਰਕੇ ਖੰਘਿਆ ਤੇ ਬੋਲਿਆ, ਤੁਸੀਂ ਆ ਕਾਕੇ ਨੂੰ ਤਾਂ ਚੱਕ ਲੈਂਦੇ ਬੀਬੀ ਜੀ। 1 ਮਿੰਟ ਤਾਈਂ ਉਹ ਬੋਲੀ ਨਾ ਤੇ ਬਿਜਲੀ ਬੱਤੀ ਫਿਰ ਜਗਾ ਦਿੱਤੀ। ਉਹ ਮੁੰਡੇ ਨੂੰ ਮੇਰੇ ਕੋਲੋਂ ਚੁੱਕ ਕੇ ਲੈ ਗਈ ਤੇ ਆਪਣੇ ਬਿਸਤਰੇ 'ਚ ਪਾ ਲਿਆ। ਮੈਂ ਗੁਰਬਾਣੀ ਪੜ੍ਹਨ ਲੱਗ ਪਿਆ। ਬਿਜਲੀ ਬੱਤੀ ਉਹਨੇ ਬਿਸਤਰੇ 'ਚ ਉੱਠ ਕੇ ਬੁਝਾ ਦਿੱਤੀ। ਮੈਂ ਹੌਲੀ ਹੌਲੀ ਚੁੱਪ ਕਰ ਗਿਆ, ਹੌਲੀ ਹੌਲੀ ਅੱਖਾਂ ਮੀਟ ਲਈਆਂ, ਹੌਲੀ ਹੌਲੀ ਸੌਂ ਗਿਆ। 1 ਘੰਟੇ ਬਾਅਦ ਇੱਕਦਮ ਬਿਜਲੀ ਦਾ ਸਵਿੱਚ ਫੇਰ ਖੜਕਿਆ। ਮੈਂ ਮੂੰਹ ਤੋਂ ਰਜਾਈ ਵਗਾ ਕੇ ਮਾਰੀ, ਦੇਖਿਆ ਬਿਜਲੀ ਜਗ ਰਹੀ ਸੀ। ਉਹ ਔਰਤ ਖੜੀ ਮੇਰੇ ਵੱਲ ਇਉਂ ਝਾਕ ਰਹੀ ਸੀ ਜਿਵੇਂ ਮੈਥੋਂ ਕੁਝ ਪੁੱਛਣਾ ਚਾਹੁੰਦੀ ਹੋਵੇ। ਮੈਂ ਆਪ ਹੀ ਉਹਨੂੰ ਪੁੱਛਿਆ, ਕਿਉਂ ਜੀ, ਕੀ ਗੱਲ ਹੈ? ਉਹਨੇ ਕਿਹਾ, ਮੈਂ ਤੁਹਾਡੇ ਸਿਰਹਾਣੇ ਪਾਣੀ ਰੱਖ ਦਿੱਤਾ ਸੀ। ਰਾਤ ਨੂੰ ਪਾਣੀ ਦੀ ਮੈਨੂੰ ਕੋਈ ਲੋੜ ਨਹੀਂ ਪੈਂਦੀ ਤੇ ਮੈਂ ਥੋੜ੍ਹਾ ਜਿਹਾ ਰੁੱਖਾ ਹੋ ਕੇ ਕਹਿਤਾ। ਉਸ ਤੋਂ ਬਾਅਦ ਤੜਕੇ ਤੇ ਇੱਕ ਅੱਧ ਸੁੱਤਾ ਜਿਹਾ ਮੈਂ ਛਪਲਿਆ ਪਿਆ ਰਿਹਾ। ਸੁਪਨੇ ਵਾਂਗ ਮੈਨੂੰ ਮਹਿਸੂਸ ਹੁੰਦਾ ਰਿਹਾ ਜਿਵੇਂ ਕੋਈ ਛਾਂ ਜਿਹੀ 2 ਵਾਰੀ ਮੇਰੇ ਸਿਰਹਾਣੇ ਤੋਂ ਝੁੱਕ ਕੇ ਮੁੜ ਗਈ ਸੀ, ਪਰ ਮੈਨੂੰ ਬੁਲਾਇਆ ਨਹੀਂ ਸੀ। ਸਵੇਰੇ ਜਦ ਮੈਂ ਉੱਠਿਆ, ਮੰਗੂ ਚਾਹ ਲਈ ਖੜਾ ਸੀ। ਉਹ ਔਰਤ ਘਰ ਵਿੱਚ ਹੀ ਪਤਾ ਨਹੀਂ ਕਿੱਥੇ ਚਲੀ ਗਈ ਸੀ। ਮੰਗੂ ਚਾਹ ਪਿਆ ਕੇ ਮੈਨੂੰ ਕਹਿੰਦਾ, ਸਰਦਾਰ ਜੀ, ਅੱਜ ਨਹੀਂ ਸਰਦਾਰ ਸਾਹਿਬ ਆਉਂਦੇ, ਤੁਸੀਂ ਜਾਓ। ਧੰਨਵਾਦ।